लाल सलाम साथियों, मैं हाँ ਤੁਹਾਡਾ अपना साथी रंजीत राणा। ਅੱਜ मैं अपनी ਚੱਲਦੀ वार्तालाप ਦੀ 6ਵੀਂ ਕੜੀ ਲੈ ਕੇ ਪੇਸ਼ ਹੋਇਆ ਹਾਂ। ਤੇ ਕੱਲ੍ਹ ਅਸੀਂ ਜਿੱਥੋਂ ख़त्म ਕੀਤਾ ਸੀ ਉਸ ਤੋਂ ਬਾਅਦ ਅਸੀਂ ਅੱਜ ਸ਼ੁਰੂ ਕਰਾਂਗੇ। ਤੇ ਮੈਂ ਆਸ ਕਰਦਾ ਸੀਗਾ ਕਿ ਕਾफ़ੀ ਦੋਸਤਾਂ ਵੱਲੋਂ ਫੀਡਬੈਕ ਆਊਗਾ, ਪਰ ਪ੍ਰੈਕਟੀਕਲੀ ਕਿਸੇ ਵੱਲੋਂ ਵੀ ਨਹੀਂ ਆਇਆ। ਤੇ ਮੈਂ ਇੱਕ ਦੋ ਦੋਸਤਾਂ ਨਾਲ फ़ोन 'ਤੇ ਗੱਲ ਹੋਈ ਸੀ, ਉਹਨਾਂ ਨੇ ਵੀ ਜ਼ਾਤੀ ਜਾਂ ਪ੍ਰਤੀਕਰਮ ਦਿੱਤਾ ਸੀਗਾ। ਕਾਮਰੇਡ ਗੁਰਨਾਮ ਨੇ ਕਿਹਾ ਕਿ ਲੰਮੀਆਂ ਹੋ ਰਹੀਆਂ ਨੇ ਗੱਲਾਂ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਰਿਪੀਟ ਹੋ ਰਹੀਆਂ ਨੇ। ਪਰ ਮੇਰਾ ਖਿਆਲ ਹੈ ਵੀ ਲੰਮੀਆਂ ਹੋਣ ਦੇ ਸੰਬੰਧ ਵਿੱਚ ਇੰਨੀ ਕੁ ਭੂਮਿਕਾ ਜਿਹੜੀ ਹੈ ਐਡੇ ਵੱਡੇ ਕਾਰੇ ਦੇ ਵਾਸਤੇ ਸਮਝਣ ਦੀ ਜ਼ਰੂਰਤ ਹੈ। ਤੇ ਬਹੁਤ ਕੁਛ ਸਾਰੇ ਸਾਥੀਆਂ ਵਾਸਤੇ ਨਵਾਂ ਨਹੀਂ ਹੈ, ਲੇਕਿਨ ਬਹੁਤ ਸਾਰੇ ਸਾਥੀਆਂ ਵਾਸਤੇ ਇਹਦੇ 'ਚ ਨਵਾਂ ਹੈ। ਸੋ ਆਪਾਂ ਸਾਰਿਆਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜਲਦੀ ਕਿਸੇ ਕਨਕਲੂਜ਼ਨ 'ਤੇ ਆਪਾਂ ਭੱਜ ਕੇ ਨਹੀਂ ਪਹੁੰਚਣਾ ਚਾਹਾਂਗੇ, ਤੇ ਜਿਸ ਵਿੱਚੋਂ ਫਿਰ ਹੋ ਸਕਦਾ ਕਿ ਪ੍ਰੋਪਰ ਕਨਕਲੂਜ਼ਨ ਨਾ ਵੀ ਲੱਭਣ। ਆਪਾਂ ਉਹ ਹਾਲਾਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਐਗਜ਼ੈਕਟਲੀ ਅੱਜ ਤੋਂ 40 ਸਾਲ 42 ਸਾਲ ਪਹਿਲਾਂ ਸੀ, ਤੇ ਉਹਦੇ ਵਿੱਚੋਂ ਇਹ ਜੋ ਕੁਛ ਵਾਪਰਿਆ। ਸੋ ਇਸ ਗੱਲ ਨੂੰ ਮੈਂ ਇੱਥੇ ਬੰਦ ਕਰਦਾ ਹੋਇਆ ਇੱਕ ਗੱਲ ਨਾਲ ਹੋਰ, ਕੱਲ੍ਹ ਜਦੋਂ ਮੈਂ ਪਰਸਨੈਲਿਟੀਜ਼ ਦੀ ਗੱਲ ਕਰਦਾ ਸੀ ਜੋ PAU ਦੇ ਵਿੱਚ PSU ਨੇ ਪ੍ਰੋਡਿਊਸ ਕੀਤੀਆਂ ਕਹਿ ਲਓ, ਜਾਂ PSU ਅਤੇ PAU ਦਾ ਕੰਬੀਨੇਸ਼ਨ ਸੀ। ਉਹਨਾਂ 'ਚ ਇੱਕ ਬਹੁਤ ਕਲੋਜ਼ ਸਾਥੀ ਕੁਲਦੀਪ ਭਾਰਦਵਾਜ, ਜੋ ਆਪਣੇ ਹੁਣ ਵੀ ਗਰੁੱਪ ਦੇ ਮੈਂਬਰ ਨੇ, ਅਤੇ ਉਹ IFS ਦੇ ਵਿੱਚ ਕੋਈ 35 ਸਾਲ ਜੋਬ ਕਰਕੇ ਅਤੇ ਅਲਟੀਮੇਟਲੀ ਅਫਰੀਕਾ ਦਾ ਕਿਹੜਾ ਕੰਟਰੀ, ਸ਼ਾਇਦ ਯੂਗੰਡਾ ਜਾਂ ਜ਼ਿੰਬਾਬਵੇ, ਹੁਣ ਐਗਜ਼ੈਕਟਲੀ ਮੈਨੂੰ ਯਾਦ ਨਹੀਂ ਵੀ ਕਿਹੜਾ ਕੰਟਰੀ ਹੈ, ਜਿੱਥੋਂ ਉਹ ਐਜ਼ ਹਾਈ ਕਮਿਸ਼ਨਰ ਰਿਟਾਇਰ ਹੋਏ ਆ। ਦੈਟਸ ਹਾਈਐਸਟ ਅਚੀਵਮੈਂਟ ਆਲਮੋਸਟ ਵੀ ਵਨ ਕੈਨ ਗੈਟ in Indian bureaucracy. So it just a remark। ਇਹੋ ਜਿਹੇ ਹੋਰ ਕੇਸ ਬਹੁਤ ਹੋਣਗੇ ਜਿਹੜੇ ਅੱਜ ਵੀ ਭੁੱਲੇ ਮੇਰੇ ਜਸਟ ਯਾਦ ਆ ਗਿਆ। ਅਤੇ ਕਿਉਂਕਿ ਉਹ ਇੰਨੇ ਕਲੋਜ਼ ਸੀ ਅਤੇ ਮੈਂ ਕਈ ਵਾਰੀ ਨੇੜ ਦੀਆਂ ਚੀਜ਼ਾਂ ਨਹੀਂ ਵੀ ਦਿਸਦੀਆਂ ਸਾਨੂੰ, ਅਤੇ ਅਸੀਂ ਥੋੜ੍ਹਾ ਜਿਹਾ ਦੂਰ ਹੀ ਦੇਖੀ ਜਾਂਦੇ ਹਾਂ। ਸੋ ਐਨੀਵੇ, ਇਸ ਦੇ ਨਾਲ ਜੋ PSU ਦੇ ਵਿਰੋਧੀ ਸੀ ਉਹਨਾਂ ਦੇ ਬਾਰੇ ਕੋਈ ਇਹੋ ਜਿਹੀ ਕਮੈਂਟ ਨਹੀਂ ਵੀ ਉਹ ਮਾੜੇ ਸੀ ਜਾਂ ਉਹ ਕਮਜ਼ੋਰ ਸੀ ਜਾਂ ਉਹ ਨਾਟ ਇੰਟੈਲੀਜੈਂਟ ਸੀ ਜਾਂ ਉਹਨਾਂ ਦੀਆਂ ਅਚੀਵਮੈਂਟਸ ਨਹੀਂ ਹੋਈਆਂ। ਉਹਨਾਂ ਨੇ ਵੀ ਬਹੁਤ ਕੁਛ ਅਚੀਵ ਕੀਤਾ, ਅਤੇ ਇਹ PAU ਦਾ ਇੱਕ ਐਟਮੋਸਫੀਅਰ ਸੀ ਜਿਹੜਾ ਸਾਰਿਆਂ ਲਈ ਇੱਕੋ ਜਿਹਾ ਹੀ ਸੀ, ਅਤੇ ਪਰ PSU ਲਈ ਕੁਛ ਜ਼ਿਆਦਾ ਚੈਲੰਜਿੰਗ ਸੀ। ਅਤੇ ਇਹਦੇ 'ਚੋਂ ਪੈਦਾ ਹੋਣ ਵਾਲੀਆਂ ਵੱਡੀਆਂ ਸ਼ਖਸੀਅਤਾਂ ਤੋਂ ਅਸੀਂ ਐਡਡ ਇਮਾਨਦਾਰੀ ਅਤੇ ਐਡਡ ਇੰਟੈਗਰਿਟੀ ਆਸ ਕਰਦੇ ਹਾਂ, ਜੋ ਕਿ ਉਹ ਮੈਨੂੰ ਪੂਰੀ ਆਸ ਹੈ ਵੀ ਉਹ ਡਿਲੀਵਰ ਕਰ ਰਹੇ ਆ। ਸੋ ਕਮਿੰਗ ਬੈਕ ਟੂ ਟੂਡੇਜ਼ ਐਪੀਸੋਡ, ਅਤੇ ਅੱਜ ਦਾ 6ਵਾਂ ਜਿਹੜਾ ਭਾਗ ਹੈ, ਇਸ ਦੇ ਵਿੱਚ ਇੱਕ ਮੈਂ ਅਜਿਹੀ ਚੀਜ਼ ਸ਼ੁਰੂ ਕਰਨ ਜਾ ਰਿਹਾ ਜੋ ਸ਼ਾਇਦ ਤੁਸੀਂ ਕਿਸੇ ਨੇ ਵੀ ਜਾਂ ਬਹੁਤਿਆਂ ਨੇ ਅੰਦਾਜ਼ਾ ਨਾ ਲਾਇਆ ਹੋਵੇ ਮੈਂ ਅੱਜ ਕੀ ਗੱਲ ਕਰਾਂਗਾ। ਅਤੇ ਲੇਕਿਨ ਇਸ ਤੋਂ ਬਿਨਾਂ ਸਾਰੀ ਕਹਾਣੀ ਜਿਹੜੀ ਆਪਾਂ ਕਰ ਰਹੇ ਹਾਂ, ਗੱਲ ਕਰ ਰਹੇ ਹਾਂ, ਬਣਾ ਰਹੇ ਹਾਂ, ਜਾਂ ਯਾਦ ਕਰਕੇ ਪਰਸਪੈਕਟਿਵ ਤਿਆਰ ਕਰ ਰਹੇ ਹਾਂ, ਅਤੇ ਇਸ ਤੋਂ ਬਿਨਾਂ ਉਹ ਅਧੂਰੀ ਹੈ, ਇਸ ਪਰਸਨੈਲਿਟੀ ਤੋਂ ਬਿਨਾਂ। ਅਤੇ ਤੁਹਾਡੇ ਦਿਮਾਗ 'ਚ ਆਉਂਦਾ ਹੋਊਗਾ ਵੀ ਇਹ ਪਰਸਨੈਲਿਟੀ ਕੌਣ ਹੈ, ਅਤੇ ਸੋ ਉਸ ਨੂੰ ਹੁਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਉਹ ਹੈ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਪ੍ਰਿਥੀਪਾਲ ਸਿੰਘ, ਜੋ ਹਾਕੀ ਦਾ ਬਹੁਤ ਵੱਡਾ ਨਾਮ, ਬਹੁਤ ਵੱਡਾ ਖਿਡਾਰੀ ਰਿਹਾ, ਜਿਸ ਨੇ 3 ਓਲੰਪਿਕਸ ਵੀ ਖੇਡੀਆਂ। ਅਤੇ ਬਹੁਤੇ ਲੋਕ ਉਸ ਨੂੰ ਇਸ ਕਰਕੇ ਹੀ ਜਾਣਦੇ ਆ, ਉਸ ਦੇ ਹਾਕੀ ਦੇ ਕੈਰੀਅਰ ਕਰਕੇ, ਅਤੇ ਉਸੇ ਕਰਕੇ ਹੀ ਉਸ ਨੂੰ ਪੂਜਣ ਤੱਕ ਵੀ ਉਹਨਾਂ ਦਾ ਰੁਤਬਾ ਉਹਨਾਂ ਨੇ ਦਿੱਤਾ ਹੋਇਆ। ਅਨਫੋਰਚੂਨੇਟਲੀ ਕਹਿ ਲਓ ਵੀ ਇਹ ਦੋਨਾਂ ਦਾ ਨਾਮ ਇੱਕ ਹੈ, ਸਾਡੇ ਹੀਰੋ ਦਾ ਵੀ ਅਤੇ ਇਸ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਵੀ। ਅਸੀਂ ਵੀ ਜਦੋਂ ਯੂਨੀਵਰਸਿਟੀ ਗਏ ਸੀ ਤਾਂ ਸਾਡੇ ਦਿਮਾਗ 'ਚ ਵੀ ਉਹੀ
ਜੋ ਉਸ ਦਾ ਫੋਟੋ ਸੀ ਜਾਂ ਇਮੇਜ ਸੀ ਉਸ ਦੀ, ਲੇਕਿਨ ਉੱਥੇ ਜਾ ਕੇ ਇਹ ਟੁੱਟ ਗਈ। ਅਤੇ ਉਹਦੇ ਵਾਸਤੇ ਮੈਂ ਕੁਛ ਚੀਜ਼ਾਂ ਜਿਹੜੀਆਂ ਬਿਯੋਂਡ ਈਚ ਐਂਡ ਅਬਵ ਐਵਰੀਥਿੰਗ ਐਲਸ ਹੈ, ਉਹਨਾਂ ਨੂੰ ਮੈਂ ਹਾਈਲਾਈਟ ਕਰਨਾ ਚਾਹੁੰਦਾ। ਅਦਰਵਾਈਜ਼ ਤਾਂ ਇਹ ਬਹੁਤ ਲੰਬੀ ਸਟੋਰੀ ਹੈ, ਪਰ ਜਿਹੜੀਆਂ ਚੀਜ਼ਾਂ ਵੀ ਸਾਰਿਆਂ ਤੋਂ ਉੱਪਰ ਰੱਖੀਆਂ ਜਾ ਸਕਦੀਆਂ, ਕਿਸੇ ਕੰਟਰੋਵਰਸੀ ਤੋਂ ਵੀ ਉੱਪਰ ਰੱਖੀਆਂ ਜਾ ਸਕਦੀਆਂ ਬਹੁਤੀਆਂ, ਉਹ ਮੈਂ ਤੁਹਾਨੂੰ ਪ੍ਰੈਜ਼ੈਂਟ ਕਰਨ ਜਾ ਰਿਹਾ। ਇਸ ਦੀ ਆਪਣੀ ਹਿਸਟਰੀ ਇਹ ਸੀ ਕਿ MSc ਐਗਰੀਕਲਚਰ ਕਰਨ ਤੋਂ ਮਗਰੋਂ ਇਹ ਪੁਲਿਸ ਵਿੱਚ ਵੀ ਐਜ਼ ਇੰਸਪੈਕਟਰ ਇਸ ਦੇ 5-6 ਸਾਲ ਰਹੇ ਆ, ਫਿਰ ਸ਼ਾਇਦ ਰੇਲਵੇ ਦਾ ਇੰਪਲੋਈ ਵੀ ਰਿਹਾ, ਅਤੇ ਉਸ ਤੋਂ ਬਾਅਦ ਵਿੱਚ ਹਾਕੀ ਕੈਰੀਅਰ ਦੇ 2 ਬ੍ਰਿਲੀਅੰਟ ਚਿਹਰੇ, ਜਿਹਦੇ ਵਿੱਚ ਪ੍ਰਿਥੀਪਾਲ ਸਿੰਘ ਅਤੇ ਚਰਨਜੀਤ ਸਿੰਘ, ਉਹਨਾਂ ਨੂੰ ਐਜ਼ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਪਣੇ 2 ਕੈਂਪਸ ਦੇ ਵਾਸਤੇ ਰਿਕਰੂਟ ਕੀਤਾ, ਅਤੇ ਰਿਕਰੂਟ ਕੀ ਅਪਾਇੰਟ ਕੀਤਾ ਉਹਨਾਂ ਨੂੰ। ਉਹਦੇ ਵਿੱਚ ਦੂਸਰਾ ਸੀ ਚਰਨਜੀਤ ਸਿੰਘ, ਅਤੇ ਯੂਨੀਵਰਸਿਟੀ ਦੇ ਉਦੋਂ 2 ਕੈਂਪਸ ਸੀ, ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਦੂਜਾ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ, ਜਿਸ ਦੇ ਵਿੱਚ ਦੋਨਾਂ ਦੀ ਇੱਕ ਜਗ੍ਹਾ 'ਤੇ ਪੋਸਟਿੰਗ ਹੋਈ। ਪ੍ਰਿਥੀਪਾਲ ਸਿੰਘ ਦੀ ਹਿਸਾਰ ਦੇ ਵਿੱਚ ਹੋਈ ਅਤੇ ਲੁਧਿਆਣੇ ਦੇ ਵਿੱਚ ਚਰਨਜੀਤ ਸਿੰਘ ਦੀ ਹੋਈ। ਅਤੇ ਇਹ ਯੂਨੀਵਰਸਿਟੀ 1964 ਦੇ ਵਿੱਚ ਸਥਾਪਿਤ ਹੋਈ ਹੈ, ਅਤੇ ਇਸ ਦਾ ਪਹਿਲਾ ਜੋ ਵਾਈਸ ਚਾਂਸਲਰ ਸੀ ਉਹ ਡਾਕਟਰ ਥਾਪਰ, ਪੂਰਾ ਨਾਂ ਤਾਂ ਮੈਨੂੰ ਯਾਦ ਨਹੀਂ ਹੈ, ਮਤਲਬ ਡਾਕਟਰ ਥਾਪਰ ਕਰਕੇ ਉਸ ਨੂੰ ਅਸੀਂ ਜ਼ਿਆਦਾ ਜਾਣਦੇ ਹਾਂ। ਅਤੇ ਉਸ ਆਦਮੀ ਦੀ ਇੰਟੈਗਰਿਟੀ ਮੈਂ ਕਦੇ ਵੀ ਆਪਣੀ ਲਾਈਫ ਹਿਸਟਰੀ 'ਚ, PAU ਦੀ ਹਿਸਟਰੀ 'ਚ ਉਸ ਨੂੰ ਚੈਲੰਜ ਕਰਦਾ ਨਹੀਂ ਦੇਖਿਆ। ਤਾਂ ਉਸ ਦੀ ਇੱਕ ਲੈਟਰ ਜਿਸ ਦੇ ਵਿੱਚ ਜੋ ਸਾਨੂੰ ਰੈਕਰਡਸ 'ਚੋਂ ਅਤੇ ਆਪਣੇ ਰਿਸੋਰਸਿਸ ਰਾਹੀਂ ਮਿਲੀ, ਜਿਸ ਦੇ ਵਿੱਚ ਕੋਟ ਕੀਤੀ ਹੋਈ ਸੀ ਇੱਕ ਮੇਜਰ ਲੈਟਰ ਜੋ ਡਾਕਟਰ CM ਜੇਕਬਸ ਨੇ, CM ਜੇਕਬ ਇੰਜੀਨੀਅਰਿੰਗ ਕਾਲਜ ਦੇ ਡੀਨ ਹੁੰਦੇ ਸੀ, ਅਤੇ ਉਹਨਾਂ ਨੇ ਡਾਇਰੈਕਟਰ ਪ੍ਰਿਥੀਪਾਲ ਸਿੰਘ ਦੇ ਉਲਟ ਲਿਖੀ ਹੋਈ ਸੀ। ਉਦੋਂ ਕਾਮਨ ਕੈਂਪਸ ਸੀ ਅਤੇ ਹਿਸਾਰ ਸੀ, ਅਤੇ ਡਾਕਟਰ ਜੈਕਬ ਨੇ ਆਪਣੀ ਪੇਨਫੁਲ ਤਰੀਕੇ ਨਾਲ ਇਹ ਲਿਖਿਆ ਹੋਇਆ ਸੀ ਕਿ ਇਹ ਆਪ ਦਾ ਦਰਬਾਰ ਲਾ ਕੇ ਬੈਠ ਜਾਂਦਾ ਹੈ, ਅਤੇ ਉੱਥੇ ਜੋ ਵੀ ਗੰਦ ਬੋਲਿਆ ਜਾ ਸਕਦਾ ਹੈ, ਜੋ ਵੀ ਡੈਰੋਗੇਟਰੀ ਬੋਲਿਆ ਜਾ ਸਕਦਾ, ਮੇਰੇ ਲਈ ਉਹ ਬੋਲਦਾ ਹੈ। ਜਦੋਂ ਮੈਂ ਉਸ ਦੇ ਕੋਲ ਦੀ ਲੰਘਦਾ ਤਾਂ ਮੇਰੇ ਵੱਲ ਇਸ ਤਰ੍ਹਾਂ ਦੇਖਦਾ ਜਿਸ ਤਰ੍ਹਾਂ ਸਾਨ ਲਾਲ ਕੱਪੜੇ ਵੱਲ ਦੇਖਦਾ ਹੈ, ਅਤੇ ਆਪਦਾ ਮਜਮਾ ਉੱਥੇ ਲਾ ਕੇ ਉਹਨਾਂ ਨੂੰ ਪੜ੍ਹ ਕੇ ਸੁਣਾਉਂਦਾ ਵੀ ਮੈਂ ਡੀਨ ਨੂੰ ਕੀ ਚਿੱਠੀਆਂ ਲਿਖੀਆਂ, ਇਸ ਤਰ੍ਹਾਂ ਦੀਆਂ ਚੀਜ਼ਾਂ। ਇਹ ਉਸਨੇ ਉਸ ਦੇ ਵਿੱਚ ਪੂਰੀ ਕੋਟ ਕੀਤੀ ਹੋਈ ਸੀ, ਅਤੇ ਹੋਰ ਵੀ ਕਈ ਚੀਜ਼ਾਂ ਕੋਟ ਕੀਤੀਆਂ ਸੀ, ਕੋਈ 5-6 ਸਫ਼ੇ ਦੀ ਉਹ ਲੈਟਰ ਸੀ। ਅਤੇ ਉਹਦੇ ਕਨਕਲੂਡਿੰਗ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਡਾਕਟਰ ਥਾਪਰ ਨੇ ਕਿ ਮੈਂ ਇਸ ਨੂੰ ਟਰਮੀਨੇਟ ਕਰਨ ਬਾਰੇ ਸੋਚਿਆ, ਅਤੇ ਫਿਰ ਇਸ ਦਾ ਹਾਕੀ ਦਾ ਬ੍ਰਿਲੀਅੰਟ ਕੈਰੀਅਰ ਦੇਖਦੇ ਹੋਏ ਮੈਂ ਇਸ ਨੂੰ ਇੱਕ ਹੋਰ ਮੌਕਾ ਦਿੰਦਾ। ਸੋ ਇਹ ਇੱਕ ਬਹੁਤ ਵੱਡੀ ਸਟੇਟਮੈਂਟ ਹੈ ਵਾਈਸ ਚਾਂਸਲਰ ਵੱਲੋਂ ਅਤੇ ਅਨਕੰਟਰੋਵਰਸ਼ੀਅਲ VC ਵੱਲੋਂ, ਜੋ ਮੈਂ ਇੱਥੇ ਕੋਟ ਕਰਨੀ ਚਾਹੁੰਦਾ। ਉਸ ਤੋਂ ਬਾਅਦ ਵਿੱਚ ਇਹਨਾਂ ਦੀ 68 ਦੇ ਵਿੱਚ 69 ਦੇ ਵਿੱਚ ਜਿਹੜੀ ਆ ਯੂਨੀਵਰਸਿਟੀ ਹਿਸਾਰ ਅਲੱਗ ਬਣਦੀ ਹੈ, ਅਤੇ ਇਹ ਮਿਊਚੁਅਲ ਇਹਨਾਂ ਦੀ ਟਰਾਂਸਫਰ, ਚਰਨਜੀਤ ਉੱਥੇ ਚਲੇ ਜਾਂਦੇ ਅਤੇ ਇਹ ਪ੍ਰਿਥੀਪਾਲ ਸਿੰਘ ਇੱਥੇ ਆ ਜਾਂਦੇ ਆ, ਅਤੇ ਇਹਨਾਂ ਨੇ ਆ ਕੇ ਫਿਰ ਇਸ ਦੇ ਵਿੱਚ ਉਹੀ ਪ੍ਰੋਸੈਸ ਇੱਥੇ ਇਹਨਾਂ ਦਾ ਪਰਸਨੈਲਿਟੀਜ਼ ਤਾਂ ਬਦਲਦੀਆਂ ਨਹੀਂ, ਅਤੇ ਇੱਥੇ ਵੀ ਲਗਭਗ ਉਹੀ ਚੀਜ਼ਾਂ ਸ਼ੁਰੂ ਹੋਈਆਂ। ਅਤੇ ਇੱਥੇ ਜਦੋਂ ਯੂਨੀਵਰਸਿਟੀ ਦੀਆਂ ਲੜਾਈਆਂ ਹੋਈਆਂ ਉਹਦੇ 'ਚ ਵੀ ਕਾਫੀ ਵੱਡੀਆਂ ਭੂਮਿਕਾਵਾਂ ਹੈਗੀਆਂ, ਪਰ ਉਹਨਾਂ ਡਿਟੇਲ ਵੱਲ ਮੈਂ ਨਾ ਜਾਂਦਾ ਹੋਇਆ। ਫਿਰ ਮੈਂ ਇੱਕ ਡਾਕਟਰ ਰੰਧਾਵਾ ਦੀ ਲੈਟਰ ਨੂੰ ਕੋਟ ਕਰਦਾ, ਜਿਸ ਦੇ ਵਿੱਚ ਉਸ ਨੇ ਲਿਖਿਆ ਕਿ ਇਹ ਡਾਕਟਰ MS ਰੰਧਾਵਾ, ਅਤੇ ਉਹਨਾਂ ਦੀ ਇਹ ਲੈਟਰ 73 ਦੇ ਵਿੱਚ ਲਿਖੀ ਹੋਈ ਹੈ ਪੰਜਾਬ ਦੇ ਗਵਰਨਰ ਨੂੰ। ਅਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ
ਕਿ ਮੈਨੂੰ 4 ਮਹੀਨੇ ਦੀ ਛੁੱਟੀ 'ਤੇ ਜ਼ਬਰਦਸਤੀ ਭੇਜਿਆ ਗਿਆ। ਇਹਦਾ ਬੈਕ ਰੈਫਰੈਂਸ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ 72 ਦੀ ਐਜੀਟੇਸ਼ਨ ਤੋਂ ਮਗਰੋਂ ਅਤੇ ਜਿਹੜੇ 4-5 ਸਟੂਡੈਂਟ ਜਿਹਦੇ ਵਿੱਚ ਪ੍ਰਿਤੀਪਾਲ ਰੰਧਾਵਾ ਵੀ ਸੀ, ਉਹ ਗ੍ਰੈਜੂਏਟ ਹੋ ਗਏ ਸੀ। ਉਹਨਾਂ ਨੇ BSc ਪਾਸ ਕਰ ਲਈ ਸੀ ਅਤੇ MSc 'ਚ ਐਡਮਿਸ਼ਨਾਂ ਲੈ ਰਹੇ ਸੀ, ਜਿਹਦੇ ਵਿੱਚ ਪ੍ਰਿਤੀਪਾਲ ਰੰਧਾਵਾ, ਹਰਬੰਸ ਸਿੰਘ ਸੰਘਾ ਅਤੇ 3-4 ਹੋਰ ਸੀ ਜਿਹੜੇ ਟੌਪ ਦੇ ਲੀਡਰ ਸੀ। ਉਹਨਾਂ ਨੂੰ MSc ਦੇ ਵਿੱਚ ਐਡਮਿਸ਼ਨਾਂ ਨਹੀਂ ਦਿੱਤੀਆਂ ਸੀ ਅਤੇ ਉੱਥੇ ਫੋਰਸੀਬਲੀ ਡਾਕਟਰ MS ਰੰਧਾਵਾ ਨੂੰ ਛੁੱਟੀ 'ਤੇ ਭੇਜਿਆ ਗਿਆ ਅਤੇ ਸਭ ਕੁਛ ਐਕਟਿੰਗ ਵਾਈਸ ਚਾਂਸਲਰ ਡਾਕਟਰ K ਕਿਰਪਾਲ ਸਿੰਘ, ਐਕਟਿੰਗ ਡੀਨ ਐਗਰੀਕਲਚਰ, ਐਕਟਿੰਗ ਡੀਨ ਇੰਜੀਨੀਅਰਿੰਗ, ਸਾਰਾ ਕੁਛ ਹੀ ਬਦਲ ਕੇ ਅਤੇ ਉਹਨਾਂ ਨੂੰ ਐਡਮਿਸ਼ਨ ਰੋਕਿਆ ਸੀ ਅਤੇ ਯੂਨੀਵਰਸਿਟੀ 'ਚ ਜੋ ਐਜੀਟੇਸ਼ਨ ਚੱਲੀ ਉਸ ਨੂੰ ਕੁਚਲਿਆ ਸੀ। ਇਹ ਉਸ ਦਾ ਰੈਫਰੈਂਸ ਹੈ ਕਿ ਜਦੋਂ ਉਹ ਕਹਿੰਦਾ ਕਿ ਆਈ ਵਾਜ਼ ਫੋਰਸਡ ਟੂ ਗੋ ਔਨ ਲੀਵ ਫਾਰ 4 months, ਬਟ ਆਈ ਐਮ ਪੇਨਡ ਟੂ ਸੇ that I have come to know ਪ੍ਰਿਥੀਪਾਲ ਸਿੰਘ ਕੰਬੋਜ, ਜਿਹੜਾ ਕਿ ਇਸ ਪ੍ਰਿਥੀਪਾਲ ਸਿੰਘ ਨੂੰ ਕਹਿ ਰਿਹਾ ਉਹ ਡਾਇਰੈਕਟਰ ਨੂੰ, ਕਿ he is planning a mischief against me with his henchmen. If I am harmed, he will be directly responsible. And so this letter is writing you to apprise about this situation to you. ਸੋ ਇਹ ਇੱਕ ਚਿੱਠੀ ਸੀ ਜਿਸ ਦੀ ਅਸੀਂ PSU ਨੇ 83 ਦੇ ਵਿੱਚ ਜਾਂ ਮੇਰਾ ਖਿਆਲ 82 ਦੇ ਵਿੱਚ ਇਹ ਸਰਕੂਲੇਟ ਕੀਤੀ ਸੀ ਜਗਜੀਤ ਸਿੰਘ ਦੇ ਨਾਂ ਹੇਠਾਂ, ਅਤੇ ਜਿਸ ਦੀ ਇਸ ਜਗਜੀਤ ਨੂੰ ਆਪਣੀ MSc ਵਿੱਚ ਛੱਡਣੀ ਪਈ ਅਤੇ ਉਸ ਨੂੰ ਗਵਾਉਣਾ ਪਿਆ। ਲੇਕਿਨ ਇਹ ਵੀ ਉਹ ਦੂਸਰੇ ਪਾਸੇ ਜਾ ਕੇ ਵੀ ਆਪਣੀ MSc ਵਿੱਚ ਛੱਡ ਕੇ ਅਤੇ ਬੈਂਕ ਦੇ GM ਦੇ ਤੌਰ 'ਤੇ ਉਹ ਪਹੁੰਚ ਗਏ ਉੱਥੇ। ਆਪਣੇ ਹੁਣ ਗਰੁੱਪ ਦੇ ਵੀ ਮੈਂਬਰ ਆ, ਆਪਣੇ ਕਲੋਜ਼ ਫਰੈਂਡ ਵੀ ਆ ਅਤੇ ਲੀਡਰ ਯੂਨੀਵਰਸਿਟੀ ਦੇ ਯੂਨੀਅਨ ਦੇ ਲੀਡਰ ਵੀ ਰਹੇ ਆ ਉਹ। ਸੋ ਇਹ ਦੂਸਰੀ ਲੈਟਰ ਜਿਹੜੀ ਮੈਂ ਡਾਕਟਰ ਰੰਧਾਵਾ ਦੀ ਕੋਟ ਕਰਨੀ ਚਾਹੁੰਦਾ ਸੀ। ਉਸ ਤੋਂ ਬਿਨਾਂ 2 ਕਮਿਸ਼ਨ ਬੈਠੇ ਸੀਗੇ ਯੂਨੀਵਰਸਿਟੀ 'ਚ। ਇੱਕ ਸੰਨ 73 ਦੇ ਵਿੱਚ, ਉਸੇ ਟਾਈਮ ਹੀ ਜਦੋਂ ਫਾਈਨਲ ਟ੍ਰਾਈਮੈਸਟਰ ਵਗੈਰਾ ਸੀਗੇ ਸਟੂਡੈਂਟਸ ਦੇ 72-73 ਸੈਸ਼ਨ ਦੇ, ਅਤੇ ਇੱਕ ਸੰਨ 83 ਦੇ ਵਿੱਚ। ਪਹਿਲਾ ਕਮਿਸ਼ਨ ਸੀ ਦਾਮੋਦਰ ਕਮਿਸ਼ਨ, ਅਤੇ ਉਹ ਜੋ ਇਸ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੇ ਸਪੋਰਟਰ ਸੀ, ਉਹਨਾਂ ਨੇ ਜ਼ੋਰ ਦੇ ਕੇ ਬਿਠਾਇਆ ਸੀ ਕਿ ਇੱਥੇ ਇਨਕੁਆਇਰੀ ਕਰੋ ਕਿ PSU ਇੱਥੇ ਗੁੰਡਾਗਰਦੀ ਕਰਦੀ ਹੈ ਅਤੇ ਇਹੋ ਜਿਹੀਆਂ ਗੱਲਾਂ। ਲੇਕਿਨ ਉਹਦੀ ਸਾਰੀ ਰਿਪੋਰਟ ਤੋਂ ਬਾਅਦ ਵਿੱਚ ਉਸਨੇ ਇਹ ਕਨਕਲੂਡ ਕੱਢਿਆ ਸੀਗਾ ਕਿ a person divorced from studies should not be appointed as director students welfare. So ultimately ਉਸ ਦਾ ਵੀ ਕਨਕਲੂਜ਼ਨ ਇਹੀ ਸੀਗਾ ਵੀ ਇਹ ਇਸ ਜਗ੍ਹਾ ਦੇ ਇਸ ਪੋਜੀਸ਼ਨ ਦੇ ਫਿੱਟ ਨਹੀਂ ਹੈ ਅਤੇ ਇਹ ਇੱਥੇ ਨਹੀਂ ਹੋਣਾ ਚਾਹੀਦਾ। ਇੱਥੇ ਇੱਕ ਪ੍ਰੋਫੈਸਰ ਲੈਵਲ ਦਾ ਜਿਸ ਦਾ 10-12, ਵੈਸੇ ਇਹਦੀ ਅਫੀਸ਼ੀਅਲ ਕੁਆਲੀਫਿਕੇਸ਼ਨ ਵੀ ਇਹੀ ਹੈ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੀ, ਵੀ ਉਸ ਦਾ 10 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੋਣਾ ਚਾਹੀਦਾ, ਪਰ ਹੀ ਵਾਜ਼ ਪ੍ਰਮੋਟਡ ਐਜ਼ ਏ ਫੇਵਰ। ਪਤਾ ਨਹੀਂ ਕਿਸ ਸਿਚੁਏਸ਼ਨ ਦੇ ਵਿੱਚ ਹੋਏਗੀ ਉਹ। ਇਹ ਉਸ ਪੋਸਟ ਦੇ ਅਗੇਂਸਟ ਸੀ, ਉਸ ਦਾ ਇਹ ਸੀ। ਦੂਸਰਾ ਮੈਂ ਕਮਿਸ਼ਨ ਦੀ ਗੱਲ ਕਰਦਾ, ਉਹ ਹੈ ਮਹਾਜਨ ਕਮਿਸ਼ਨ। ਇਹ 83 ਦੇ ਵਿੱਚ ਡਾਕਟਰ ਸੁਖਦੇਵ ਸਿੰਘ ਨੇ, ਉਦੋਂ ਵਾਈਸ ਚਾਂਸਲਰ ਹੁੰਦੇ ਸੀ, ਉਹਨਾਂ ਨੇ ਅਪੁਆਇੰਟ ਕੀਤਾ ਸੀ। ਅਤੇ ਉਸ ਕਮਿਸ਼ਨ ਉਹ ਇਸ 'ਤੇ ਅਪੁਆਇੰਟ ਕੀਤਾ ਸੀ ਜਦੋਂ ਪਿਆਰਾ ਸਿੰਘ ਨੂੰ ਸ਼ਹੀਦ ਕੀਤਾ ਗਿਆ, ਪ੍ਰਿਥੀਪਾਲ ਸਿੰਘ ਨੂੰ 79 ਵਿੱਚ, ਅਤੇ 83 ਦੇ ਵਿੱਚ ਪਿਆਰਾ ਸਿੰਘ ਨੂੰ ਸ਼ਹੀਦ ਕੀਤਾ ਗਿਆ, ਜੋ ਯੂਨੀਅਨ ਦਾ ਇੱਕ ਵੱਡਾ ਕਾਰਕੁਨ ਸੀਗਾ। ਅਤੇ ਉਸ ਦੇ ਵਿੱਚ ਉਸ ਦਾ ਮੋਡ ਇਹ ਸੀ ਇਨਕੁਆਇਰੀ ਦਾ, ਕਮਿਸ਼ਨ ਦੀ ਇਨਕੁਆਇਰੀ ਦਾ, ਕਿ ਕਮਿਸ਼ਨ ਇਹ ਲੱਭ ਕੇ ਦੱਸੇ ਵੀ ਇੱਥੇ ਕੌਣ ਹੈ ਜਿਹੜਾ ਇਹ ਵਾਇਲੈਂਸ ਅਤੇ ਕ੍ਰਿਮੀਨਲ ਐਕਟੀਵਿਟੀਜ਼ ਕਰਵਾ ਰਿਹਾ ਹੈ।
ਤੇ ਉਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਉਸ ਨੇ ਡਾਇਰੈਕਟ ਕਿਹਾ ਸੀ ਡਾਕਟਰ ਮਹਾਜਨ ਨੇ ਕਿ there is prima facie evidence that this authority ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੇ ਬਾਰੇ ਰੈਫਰੈਂਸ ਕਰਦਾ ਸੀ ਉਹ ਕਿ ਡਾਇਰੈਕਟਲੀ ਰਿਸਪੋਂਸੀਬਲ ਫਾਰ ਦਿਸ ਕ੍ਰਿਮੀਨਲ ਐਕਟੀਵਿਟੀਜ਼ ਸਿੰਸ ਹੀ ਇਜ਼ ਡੈਡ। ਉਦੋਂ ਤੱਕ ਉਸ ਨੂੰ ਮਾਰਿਆ ਜਾ ਚੁੱਕਾ ਸੀ। ਆਈ ਡੋਂਟ ਵਾਂਟ ਟੂ ਸੇ ਐਨੀਥਿੰਗ ਮੋਰ। ਅਤੇ ਉਹਦੇ ਵਿੱਚ ਮੈਂ ਕੋਟ ਕਰਦਾ ਜਿਹੜੀਆਂ ਇੱਕ ਸਿਰੇ ਦੀਆਂ ਕ੍ਰਿਮੀਨਲ ਐਕਟੀਵਿਟੀਜ਼ ਜਿਹਦੇ ਵਿੱਚ ਉਸ ਦਾ ਭਾਗ ਲੈਣ ਦਾ ਹੈ। ਇੱਕ ਤਾਂ ਇਹੀ ਕਿ ਜਿਸ ਦੇ ਇਵਜ਼ ਵਿੱਚ ਉਹ ਮਾਰਿਆ ਗਿਆ, ਕਿ ਜਿਸ ਦੇ ਵਿੱਚ ਪਿਆਰੇ ਅਤੇ ਪ੍ਰਿਤਪਾਲ ਦੇ ਉੱਪਰ ਅਟੈਕ ਹੋਇਆ, ਜਾਂ ਉਸ ਨੂੰ ਤੁਸੀਂ ਲੜਾਈ ਵੀ ਕਹਿ ਸਕਦੇ ਹੋ ਕਿਉਂਕਿ ਦੋਨੇ ਪਾਸੇ ਚੈਲੰਜ ਸੀਗੇ। ਅਤੇ ਉੱਥੇ ਇਹਨਾਂ ਦੋਨਾਂ ਦੇ ਉੱਪਰ ਗਨ ਸ਼ਾਟ ਵੱਜੇ ਅਤੇ ਉਸ ਗਨ ਸ਼ਾਟ ਦੇ ਵਿੱਚ ਪਿਆਰਾ ਸਿੰਘ ਦੀ ਡੈਥ ਹੋ ਗਈ, ਇੰਜਰ ਹੋ ਗਏ ਦੋਨੇ। ਪਿਆਰਾ ਸਿੰਘ ਦੀ ਡੈਥ ਹੋ ਗਈ 10 ਦਿਨ ਮਗਰੋਂ, ਅਤੇ ਪ੍ਰਿਤਪਾਲ ਰਿਕਵਰ ਕਰ ਗਿਆ। ਅਤੇ FIR ਉਹਦੇ ਵਿੱਚ ਪ੍ਰਿਤਪਾਲ ਵੱਲੋਂ ਲਿਖਾਈ ਗਈ ਹੋਈ ਸੀ, ਅਤੇ ਉਹਦੇ ਵਿੱਚ ਜਿਹੜੀ ਗਨ ਯੂਜ਼ ਕੀਤੀ ਹੋਈ ਸੀ ਉਹ ਗਨ ਨੂੰ ਯੂਨੀਵਰਸਿਟੀ ਦੇ ਵਿੱਚੋਂ ਇੱਕ ਸਟੂਡੈਂਟ ਗਨ ਲੈ ਕੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਉਸ ਗਨ ਨੂੰ ਯੂਨੀਵਰਸਿਟੀ 'ਚੋਂ ਸੀਨ ਤੋਂ ਪਾਸੇ ਕੱਢ ਕੇ ਲਿਜਾਂਦੇ ਆ। ਇਸ ਹੱਦ ਤੱਕ ਦੀ ਉਹਦੀ ਇਨਵੋਲਵਮੈਂਟ ਸੀ। ਲੇਕਿਨ ਜਦੋਂ ਪ੍ਰਿਤਪਾਲ ਸਿੰਘ ਨੇ FIR ਲਿਖਵਾਈ ਅਤੇ ਇਹਦੇ 'ਤੇ ਇੰਨਾ ਪ੍ਰੈਸ਼ਰ ਬਿਲਡ ਕਰਕੇ ਉਹ FIR ਦੇ ਵਿੱਚ ਗਨ ਦਾ ਜ਼ਿਕਰ ਹੀ ਨਹੀਂ ਆਉਣ ਦਿੱਤਾ, ਜਿਹੜਾ ਕਿ ਮੈਂ ਸਮਝਦਾ ਕਿ ਪ੍ਰਿਤਪਾਲ ਨੇ ਬਹੁਤ ਵੱਡੀ ਉਦੋਂ ਭੁੱਲ ਕੀਤੀ ਉਸ ਪ੍ਰੈਸ਼ਰ ਦੇ ਵਿੱਚ ਆ ਕੇ। ਪ੍ਰਿਤਪਾਲ ਸਿੰਘ ਆਪਣਾ ਗਰੁੱਪ ਦਾ ਮੈਂਬਰ ਹੈ, ਉਹ ਇਸ ਚੀਜ਼ ਨੂੰ ਪੂਰੀ ਤਰ੍ਹਾਂ ਵੈਰੀਫਾਈ ਕਰ ਸਕਦਾ। ਹੋਰ ਮੈਂ ਇੱਕ ਕ੍ਰਿਮੀਨਲ ਐਕਟੀਵਿਟੀ ਜਿਹੜੀ ਹੈ ਉਸ ਦੀ ਤੁਹਾਨੂੰ ਲਿਆਉਣੀ ਚਾਹਾਂਗਾ ਤੁਹਾਡੇ ਨੋਟਿਸ ਦੇ ਵਿੱਚ, ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਨ ਟੀਚਿੰਗ ਸਟਾਫ ਦੇ ਪ੍ਰੈਜ਼ੀਡੈਂਟ ਹੁੰਦੇ ਸੀ ਰੂਪ ਸਿੰਘ ਰੂਪਾ। ਅਤੇ ਉਹਨਾਂ ਦੀ ਲੰਬੀ ਹਿਸਟਰੀ ਰਹੀ ਹੈ ਯੂਨੀਵਰਸਿਟੀ ਦੇ ਨਾਨ ਟੀਚਿੰਗ ਸਟਾਫ ਦੇ ਪ੍ਰੈਜ਼ੀਡੈਂਟ ਰਹਿਣ ਦੀ। ਅਤੇ ਹਰੇਕ ਹੀ ਜਿਸ ਤਰ੍ਹਾਂ ਸੈਗਮੈਂਟ ਜੇ ਪ੍ਰੋਫੈਸਰ ਹੋਏ, ਸਟੂਡੈਂਟਸ ਹੋਏ, ਨਾਨ ਟੀਚਿੰਗ ਸਟਾਫ ਹੋਇਆ, ਆਪਣੀਆਂ ਮੰਗਾਂ, ਆਪਣੀਆਂ ਸਟਰਗਲਸ ਕਰਦਾ। ਅਤੇ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਵਾਈਸ ਚਾਂਸਲਰ ਡਾਕਟਰ ਅਮਰੀਕ ਸਿੰਘ ਚੀਮਾ ਦੇ ਨਾਲ, ਵਾਈਸ ਚਾਂਸਲਰ ਆਫਿਸ 'ਚ। ਅਤੇ ਡਾਇਰੈਕਟਰ ਪ੍ਰਿਥੀਪਾਲ ਸਿੰਘ ਦਾ ਆਫਿਸ ਜਿਹੜਾ ਸੀ ਉਹ ਇਸ ਦੇ ਵਾਈਸ ਚਾਂਸਲਰ ਦੇ ਆਫਿਸ ਦੇ ਬਿਲਕੁਲ ਉੱਪਰ ਸੀ। ਅਤੇ ਉਹਦੇ ਵਿੱਚ ਉਹ ਕੰਪਲੇਂਟਸ ਕਰ ਰਹੇ ਸੀਗੇ, ਇਹਦੇ ਅਗੇਂਸਟ ਸ਼ਿਕਾਇਤਾਂ ਲਾ ਰਹੇ ਸੀਗੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੇ ਉਲਟ। ਜੋ ਕੁਛ ਵੀ ਸੀ ਇਹ ਇੱਕ ਸੈਪਰੇਟ ਇਸ਼ੂ ਹੈ ਵੀ ਕੀ ਹੋਏਗਾ। ਉਸ ਤੋਂ ਇੱਕ ਜੋ ਇਸ ਨੂੰ ਆਪਣੀ ਬੈਡ ਲੈਂਗੁਏਜ ਚਮਚਾ ਕਹੀਏ ਜਾਂ ਕਹਿ ਲਓ ਵੀ ਇਹਦਾ ਜੋ ਚੇਲਾ ਸੀ ਇੱਕ ਅੰਪਲਾਈ ਉੱਥੋਂ ਉੱਠਿਆ ਅਤੇ ਜਾ ਕੇ ਉਹਨੇ ਆਫਿਸ ਦੇ ਵਿੱਚ ਦੱਸਿਆ ਵੀ ਤੇਰੇ ਉਲਟ ਇਸ ਤਰ੍ਹਾਂ ਬੋਲੀ ਜਾਂਦੇ ਆ। ਅਤੇ ਪ੍ਰਿਥੀਪਾਲ ਸਿੰਘ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਉੱਥੋਂ ਉੱਠਿਆ, ਵਾਈਸ ਚਾਂਸਲਰ ਆਫਿਸ 'ਚ ਭੱਜਾ ਗਿਆ। ਅਤੇ ਵਾਈਸ ਚਾਂਸਲਰ ਅਤੇ ਬਾਕੀ ਸਾਰੇ ਇੰਪਲਾਈਜ਼ ਦੀ ਜੋ ਰਿਪਰੈਜ਼ੈਂਟੇਟਿਵ ਇੰਪਲਾਈ ਸੀਗੇ ਉੱਥੇ ਬੈਠੇ, ਉਹਨਾਂ ਦੀ ਹਾਜ਼ਰੀ 'ਚ ਰੂਪ ਸਿੰਘ ਰੂਪਾ ਨੂੰ ਕੁੱਟਿਆ, ਉਹਦੀ ਐਨਕ ਵਗੈਰਾ ਤੋੜੀ ਗਈ ਵਾਈਸ ਚਾਂਸਲਰ ਦੀ। ਅਤੇ ਔਰ ਉੱਥੇ ਵਾਈਸ ਚਾਂਸਲਰ ਦੇ ਵਿੱਚ ਇੰਨੀ ਜੁਰਤ ਹੈ ਨਹੀਂ ਸੀ ਕਿ ਉਹ ਇਸ ਨੂੰ ਕੋਈ ਐਕਸ਼ਨ ਇਸ 'ਤੇ ਲੈਂਦਾ ਜਾਂ ਟਰਮੀਨੇਟ ਕਰ ਦਿੰਦਾ ਇਸ ਨੂੰ ਡਾਕਟਰ ਅਮਰੀਕ ਸਿੰਘ ਚੀਮਾ। ਇਹ ਗੱਲ ਮੇਰਾ ਖਿਆਲ ਹੈ ਵੀ 80 ਜਾਂ 79 ਜਾਂ 80 ਇਸ ਪੀਰੀਅਡ ਦੀ ਗੱਲ ਹੈ। ਅਤੇ ਉਸ ਤੋਂ ਬਾਅਦ ਵਿੱਚ 3 ਕਿ 4 ਦਿਨ ਯੂਨੀਵਰਸਿਟੀ ਬਿਲਕੁਲ ਬੰਦ ਰਹੀ ਇਸ ਦੇ ਉੱਪਰ ਕੇਸ ਰਜਿਸਟਰ ਕਰਵਾਉਣ ਦੇ ਲਈ। ਸਾਰੀ ਯੂਨੀਵਰਸਿਟੀ ਬੰਦ, ਕੇਸ ਹੀ ਕੋਈ ਪੁਲਿਸ ਰਜਿਸਟਰ ਨਹੀਂ ਸੀ ਕਰਦੀ, ਅਤੇ ਪੁਲਿਸ ਨੇ ਅਖੀਰ ਕੇਸ ਰਜਿਸਟਰ ਕੀਤਾ। ਉਸ ਕੇਸ ਦਾ ਮਗਰੋਂ ਕੀ ਬਣਿਆ ਉਹ ਵੀ ਤੁਹਾਨੂੰ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਵੀ ਕੁਛ ਸਮੇਂ ਬਾਅਦ ਰੂਪ ਸਿੰਘ ਰੂਪਾ ਦੇ ਘਰ 'ਤੇ ਗੋਲੀ ਚਲਾਈ ਗਈ ਰਾਤ ਨੂੰ। ਅਤੇ ਉਸ ਦਾ ਮਕਸਦ ਤਾਂ ਖੈਰ ਸਮਝ ਹੀ ਸਕਦੇ ਹੋ ਵੀ ਇਹ ਨਹੀਂ ਪਤਾ ਹੁਣ ਮਾਰਨਾ ਜਾਂ ਡਰਾਉਣਾ ਹੋਏਗਾ। ਮਾਰਨਾ ਤਾਂ ਸ਼ਾਇਦ ਨਾ ਵੀ ਹੋਵੇ, ਲੇਕਿਨ ਡਰਾਉਣ ਦਾ ਤਾਂ ਸੀਗਾ ਹੀ। ਔਰ ਉਸ ਦੇ ਵਿੱਚ ਜੋ
ਸਾਡੀ ਇਨਫੋਰਮੇਸ਼ਨ ਸੀ ਬਾਅਦ ਵਿੱਚ ਕਿ ਲੁਧਿਆਣੇ ਦਾ ਇੱਕ ਬਦਮਾਸ਼ ਗਰੁੱਪ 'ਚੋਂ ਜਿਹਨੂੰ ਕਹਿ ਲਓ ਵੀ ਬਦਮਾਸ਼, ਅਤੇ ਦੂਸਰਾ ਯੂਨੀਵਰਸਿਟੀ ਦੇ ਦੋ ਉਸ ਗੁੰਡਾ ਗਰੁੱਪ ਦੇ ਬੰਦੇ। ਸੋ 3 ਬੰਦੇ ਉੱਥੇ ਗੋਲੀ ਚਲਾਉਣ ਵਾਲੇ ਸੀਗੇ। ਉਹ ਕੇਸ ਕਦੇ ਵੀ ਰਜਿਸਟਰ ਨਹੀਂ ਹੋਇਆ। ਰੂਪ ਸਿੰਘ ਰੂਪਾ ਇੰਨਾ ਡਰ ਗਿਆ ਵੀ ਪਹਿਲਾ ਕੇਸ ਵੀ ਉਸਨੇ ਪਰਸਿਊ ਨਹੀਂ ਕੀਤਾ। ਸੋ ਇਸ ਕੇਸ ਦੀ ਉਹ ਫੇਟ ਹੋਈ। ਸੋ ਇਹ ਗੱਲਾਂ ਮੈਂ ਤੁਹਾਨੂੰ ਇੱਕ ਟੌਪ ਦੀਆਂ ਗੱਲਾਂ ਦੱਸ ਰਹੀਆਂ ਕਿ ਇਹ ਚੀਜ਼ਾਂ ਉੱਥੇ ਕਿਸ ਲੈਵਲ 'ਤੇ ਜਾ ਕੇ ਆਪਰੇਟ ਹੋ ਰਹੀਆਂ ਸੀ, ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰ ਉੱਥੇ ਕਿਸ ਟੈਰਰ ਦੇ ਵਿੱਚ ਰਹੇ ਸੀ। ਅਤੇ ਜੋ ਅਸੀਂ ਅੱਜ ਦੇਖਦੇ ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਕੰਪਲੇਂਟਸ ਵੀ ਉੱਥੇ ਜੋ ਲੈਫਟ ਪਾਰਟੀਆਂ ਸਟੂਡੈਂਟਸ ਯੂਨੀਅਨਾਂ ਨਾਲ ਕੀਤਾ ਜਾ ਰਿਹਾ ਹੈ, ਨਾ ਕੋਈ ਪੁਲਿਸ ਸੁਣ ਰਹੀ ਹੈ, ਗੁੰਡੇ ਬਾਹਰੋਂ ਸਦਵਾਏ ਜਾ ਰਹੇ ਆ। ਇਹ ਸਾਰਾ ਕੁਛ PSU ਨੇ 70s ਦੇ ਵਿੱਚ 80s ਦੇ ਵਿੱਚ ਅਪ ਟੂ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੀ ਮੌਤ ਤੱਕ ਇਹ ਸਾਰਾ ਕੁਛ ਇਸ ਨੇ PSU ਨੇ ਹੰਢਾਇਆ। ਅਸੀਂ ਇਸ ਦਾ ਅੱਗੇ ਐਨਾਲਿਸਿਸ ਹੋਰ ਕਰਾਂਗੇ। ਕਹਿਣ ਨੂੰ ਤਾਂ ਬਹੁਤ ਜ਼ਿਆਦਾ ਕੁਛ ਹੈ, ਪਰ ਮੇਰਾ ਖਿਆਲ ਹੈ ਵੀ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ ਇਹ ਐਨਫ ਹੈ। ਅਤੇ ਬਾਕੀ ਜਦੋਂ ਅਸੀਂ ਇਹ ਗੱਲਾਂ ਤਾਂ ਜ਼ਰੂਰੀ ਸੀ ਕਿ ਚੰਗੀ ਤਰ੍ਹਾਂ ਸਰੋਤਿਆਂ ਨੂੰ ਇਹ ਸਮਝ ਆ ਜਾਵੇ ਕਿ ਜਦੋਂ ਯੂਨੀਵਰਸਿਟੀ 'ਚ ਇੱਕ ਇਹੋ ਜਿਹੀ ਪੁਲਿਸ ਆਰਮ ਹੋਵੇ ਬੈਠੀ, ਨੋਇੰਗਲੀ ਜਾਂ ਅਨਨੋਇੰਗਲੀ, ਤਾਂ ਉੱਥੇ ਪੁਲਿਸ ਨੂੰ ਡਾਇਰੈਕਟ ਦਖਲ ਦੇਣ ਦੀ ਜਾਂ ਬਾਹਰੋਂ ਕੁਛ ਕਰਨ ਦੀ ਲੋੜ ਹੀ ਨਹੀਂ। ਉਹ ਸਾਰਾ ਕੁਛ ਉਹਨਾਂ ਦੇ ਉੱਥੇ ਜਿਹੜੇ ਹੈਂਚਮੈਨ ਬੈਠੇ ਆ ਉਹਨਾਂ ਨੇ ਕਰੀ ਜਾਣਾ। ਅਤੇ ਜੋ ਮੇਰੇ ਦੇਖਣ ਦੀ ਆਬਜ਼ਰਵੇਸ਼ਨ ਹੈਗੀ ਆ ਉਹ ਇਹ ਹੈ ਕਿ ਆਪਦੇ ਦਰਬਾਰ ਲਾ ਕੇ ਜਦੋਂ ਬੈਠਾ ਹੁੰਦਾ ਸੀ ਉਹਦੀ ਲੋਕ ਸਿਫਤ ਕਰਦੇ ਸੀ, ਅਤੇ ਉਹ ਇੱਕ ਬੱਚਿਆਂ ਵਾਂਗੂ ਖੁਸ਼ ਹੁੰਦਾ ਸੀ ਆਪਦੀ ਸਿਫਤ ਸੁਣ ਕੇ। ਅਤੇ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਉਹ ਪਰਸਨੈਲਿਟੀ, ਉਹਦੀ ਈਗੋ ਕਿੱਡੀ ਵੱਡੀ ਹੋਊਗੀ ਵੀ ਜੋ ਇਹਨਾਂ ਚੀਜ਼ਾਂ 'ਤੇ ਖੁਸ਼ ਹੋ ਸਕਦਾ ਹੈ, ਕਿੰਨੀ ਕੁ ਉਹਦੀ ਮੈਚਿਓਰਿਟੀ ਹੋਏਗੀ। ਇਸ ਚੀਜ਼ ਨੂੰ ਬਹੁਤ ਸਾਰੇ ਜੋ ਹੈਗੇ ਆ ਸਾਥੀ ਤਾਂ ਮੈਂ ਨਾ ਕਹਾਂ ਕਿਉਂਕਿ ਓਪੋਨੈਂਟ ਧਿਰ ਵਾਲੇ ਚੈਲੰਜ ਕਰਨਗੇ, ਲੇਕਿਨ ਉਹਨਾਂ ਦਾ ਚੈਲੰਜ ਕਰਨਾ ਬਣਦਾ ਵੀ ਹੈ। ਮੈਂ ਇਸ ਨੂੰ ਸਟਿਕ ਕਰਦਾ। ਸੋ ਇਹਦੇ 'ਚ ਜਿਹੜੀਆਂ ਇਸ ਗੱਲ ਤੋਂ ਬਿਨਾਂ ਬਾਕੀ ਸਾਰੀਆਂ ਔਨ ਰੈਕੋਰਡ ਗੱਲਾਂ ਹੈਗੀਆਂ, ਅਤੇ ਜਿਹੜੀਆਂ ਅਬਵ ਕੰਟਰੋਵਰਸ਼ੀਅਲ ਹੈ ਯੂਨੀਵਰਸਿਟੀ ਦੀਆਂ ਅਥਾਰਟੀਜ਼ ਵੱਲੋਂ ਹੈ, ਸਟੇਟ ਕਮਿਸ਼ਨਸ ਵੱਲੋਂ ਹੈ, ਅਤੇ FIRs ਲਿਖੀਆਂ ਹੋਈਆਂ ਰੂਪ ਸਿੰਘ ਰੂਪਾ ਦੇ ਅਗੇਂਸਟ, ਅਤੇ ਇਸ ਤਰ੍ਹਾਂ। ਸੋ ਇਹ ਸਾਥੀਓ ਜ਼ਰੂਰੀ ਸੀ ਇਹ ਇੱਕ ਟੋਟਲ ਫਰੇਮ ਦਾ ਪਾਰਟ ਇਹਦੇ 'ਚ ਐਡ ਕਰਨ ਦੀ, ਤਾਂ ਕਿ ਸਾਨੂੰ ਦੂਸਰੀ ਜੋ ਸਟੋਰੀ ਹੈ ਪ੍ਰਿਥੀਪਾਲ ਸਿੰਘ ਰੰਧਾਵਾ ਕਿਹੜੀਆਂ ਹਾਲਤਾਂ ਦੇ ਵਿੱਚ ਉਸ ਦਾ ਕਤਲ ਹੋਇਆ, ਹੁਣ ਅਸੀਂ ਉਸ ਲੜੀ ਨੂੰ ਛੋਵਾਂਗੇ। ਅਤੇ ਅਗਲੇ ਮੇਰਾ ਖਿਆਲ ਹੈ ਵੀ 2 ਦੇ ਵਿੱਚ ਜਾਂ ਹੱਦ 3 ਦੇ ਵਿੱਚ ਆਪਾਂ ਉਸ ਨੂੰ ਪੂਰਾ ਕਰ ਲਿਆਂਗੇ। ਅਤੇ ਇਹ ਲੜੀਆਂ ਲੰਮੀਆਂ ਹੋ ਰਹੀਆਂ ਜਾਂ ਜ਼ਿਆਦਾ ਐਪੀਸੋਡ ਬਣ ਰਹੇ ਆ, ਮੇਰੇ ਅੰਦਾਜ਼ੇ ਤੋਂ ਵੀ ਵੱਧ ਬਣ ਰਹੇ ਆ, ਲੇਕਿਨ ਇਹਨਾਂ ਨੂੰ ਮੈਂ ਵਿੱਚੋਂ ਕੱਟ ਨਹੀਂ ਕਰਨਾ ਚਾਹੁੰਦਾ। ਅਤੇ ਕਿਉਂਕਿ ਅਸੀਂ ਇਸ ਨੂੰ ਔਨ ਰੈਕਡ ਪਾ ਰਹੇ ਹਾਂ ਅਤੇ ਆਊਟਰੀਚ ਵਾਸਤੇ ਪਾ ਰਹੇ ਹਾਂ ਅਤੇ ਆਪਣੀ ਜ਼ਿੰਮੇਵਾਰੀ ਨਾਲ ਪਾ ਰਹੇ ਹਾਂ, ਅਤੇ ਮੈਂ ਚਾਹੁੰਦਾ ਕਿ ਇਸ ਨੂੰ ਥੋੜ੍ਹਾ ਜਿਹਾ ਕੰਪਰੀਹੈਂਸਿਵ ਤਰੀਕੇ ਨਾਲ ਚੀਜ਼ ਨੂੰ ਐਕਸਪਲੇਨ ਕੀਤਾ ਜਾਵੇ, ਅਤੇ ਉਸ ਫਰੇਮ ਦੇ ਵਿੱਚ ਦੂਸਰੀਆਂ ਚੀਜ਼ਾਂ ਫਿੱਟ ਕੀਤੀਆਂ ਜਾਣ। ਉਸ ਪ੍ਰਸੰਗ ਦੇ ਨਾਲ ਫਿਰ ਅਸੀਂ ਜੋ ਅੱਗੇ PAU ਦੇ ਵਿੱਚ PSU ਦੀਆਂ ਐਕਟੀਵਿਟੀ ਸੀ ਅਤੇ ਗੁੰਡਾਗਰਦੀ ਨਾਲ ਪ੍ਰੋਬਲਮਾਂ ਸੀ, ਅਤੇ ਜਿਸ ਦੇ ਨਤੀਜੇ ਵੱਲੋਂ ਪਹਿਲਾਂ ਪ੍ਰਿਥੀਪਾਲ ਸਿੰਘ ਰੰਧਾਵਾ ਮਾਰਿਆ ਗਿਆ, ਬਾਅਦ ਵਿੱਚ ਪਿਆਰਾ ਸਿੰਘ ਮਾਰਿਆ ਗਿਆ, ਲੇਕਿਨ ਆਪਾਂ ਇਸ ਚੀਜ਼ ਨੂੰ ਪ੍ਰਿਥੀਪਾਲ ਸਿੰਘ ਹੀ ਤੱਕ ਹੀ ਪਹਿਲਾਂ ਮਹਿਦੂਦ ਰੱਖਾਂਗੇ, ਅਤੇ ਫਿਰ ਅਸੀਂ PSU ਦੀ ਵੱਲ ਜਾਵਾਂਗੇ ਡਿਟੇਲ ਵੱਲ, ਕਿਉਂਕਿ ਸਾਡਾ ਇਹ ਚੈਪਟਰ ਇੱਥੇ ਥੋੜ੍ਹਾ ਖ਼ਤਮ ਹੋ ਜਾਏਗਾ। ਪ੍ਰਿਥੀਪਾਲ ਸਿੰਘ ਰੰਧਾਵੇ ਦੀ ਜੋ ਪਿੱਛੇ ਗੁੰਝਲ ਜਾਂ ਪਿੱਛੇ ਸਟੋਰੀ ਸੀ ਉਸ ਤੱਕ ਪਹੁੰਚਣ ਲਈ ਇਹ ਚੀਜ਼ਾਂ ਜ਼ਰੂਰੀ ਸੀਗੀਆਂ। ਸੋ ਉਮੀਦ ਹੈ ਵੀ ਅਗਲੇ 2-3 ਐਪੀਸੋਡਸ ਦੇ ਵਿੱਚ ਆਪਾਂ ਇਸ ਨੂੰ ਹੁਣ ਕੰਪਲੀਟ ਕਰਕੇ ਅਤੇ ਸਾਰਿਆਂ ਦੇ ਲਈ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਉਹਨਾਂ ਦੇ ਸਾਹਮਣੇ ਪੇਸ਼ ਕਰਾਂਗੇ।